ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ, ਗੁਰੂ ਸਵਾਰੀ, ਗੁਰੂ ਰੂਪ ਖਾਲਸਾ ਸਾਧ ਸੰਗਤ ਜੀਓ, ਦੇਸ਼ਾਂ ਵਿਦੇਸ਼ਾਂ ਵਿੱਚ ਬੈਠੇ ਹੋਏ ਸਮੂਹ ਸਿੱਖ ਜਗਤ ਦੀਆਂ ਸਮੂਹ ਸੰਗਤਾਂ ਜੋ ਆਪ ਗੁਰੂ ਪਿਆਰ ਅੰਦਰ ਇਹ ਮਾਝਾ ਮਾਲਵਾ ਚੈਨਲ ਦੇ ਰਾਹੀਂ ਗੁਰੂ ਸਾਹਿਬ ਦੇ ਪਾਵਨ ਗੁਰਧਾਮਾਂ ਦੇ ਦਰਸ਼ਨ ਦੀਦਾਰ ਕਰ ਰਹੇ ਹੋ। ਔਰ ਇਸ ਵੇਲੇ ਆਪਾਂ ਉਸ ਪਾਵਨ ਪਵਿੱਤਰ ਧਰਤੀ ਦੇ ਉੱਤੇ ਸੁਸ਼ੋਭਿਤ ਹੋਏ ਹਾਂ ਜੋ ਕਿ ਪੂਰੇ ਵਰਲਡ ਦੇ ਵਿੱਚ ਆਪਣੀ ਵੱਖਰੀ ਹੀ ਖਾਸੀਅਤ ਦਾ ਜਿਹੜਾ ਮੁਜੱਸਮਾ ਹੈ ਉਹ ਰੱਖਦੀ ਹੈ। ਆਪਾਂ ਇਸ ਵੇਲੇ ਦਰਸ਼ਨ ਕਰ ਰਹੇ ਹਾਂ ਗੁਰਦੁਆਰਾ ਪ੍ਰਕਾਸ਼ ਸਥਾਨ ਭਾਈ ਲਾਲੂ ਜੀ ਨਗਰ ਡੱਲਾ, ਜੋ ਕਿ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਤੋਂ 5 ਕਿਲੋਮੀਟਰ ਚੜ੍ਹਦੇ ਪਾਸੇ ਨੂੰ ਹੈ। ਇਹ ਜੋ ਪਾਵਨ ਪਵਿੱਤਰ ਧਰਤੀ ਹੈ, ਇਤਿਹਾਸਕ ਪੱਖ 'ਤੇ ਵੇਖਿਆ ਜਾਵੇ ਤਾਂ ਪੂਰੇ ਵਰਲਡ ਦੇ ਵਿੱਚ ਐਸਾ ਕੋਈ ਸਥਾਨ ਆਪਾਂ ਨੂੰ ਸ਼ਾਇਦ ਹੀ ਨਜ਼ਰ ਆਵੇ, ਕਿਉਂਕਿ ਇਸ ਵਿੱਚ ਇਤਿਹਾਸ ਦੀ ਜੋ ਵਿਲੱਖਣਤਾ ਹੈ ਕਿ ਇਹ ਜੋ ਪਾਵਨ ਪਵਿੱਤਰ ਸਥਾਨ ਹਨ, ਇਸ ਸਥਾਨਾਂ ਦੇ ਉੱਤੇ 8 ਗੁਰੂ ਸਾਹਿਬ ਜੀ ਨੇ ਚਰਨ ਪਾਏ ਸਨ। ਔਰ ਜੋ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ 22 ਮੰਜੀਆਂ ਪੂਰੇ ਹਿੰਦੁਸਤਾਨ ਦੇ ਵਿੱਚ ਬਖਸ਼ਿਸ਼ ਕੀਤੀਆਂ, ਦੂਰ ਦੁਰੇਡੇ ਤੱਕ ਜੋ ਸਿੱਖੀ ਦਾ ਪ੍ਰਚਾਰ ਕਰਦੇ ਸਨ। ਔਰ ਉਹਨਾਂ ਦੇ ਵਿੱਚੋਂ 4 ਮੰਜੀਆਂ ਜਿਹੜੀਆਂ ਹਨ ਉਹ ਇਸ ਇਕੱਲੇ ਡੱਲੇ ਨਗਰ ਨੂੰ ਨਸੀਬ ਹੋਈਆਂ ਹਨ। ਇਹ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਦੀ ਨਜ਼ਰੇ ਨਿਆਮਤ ਔਰ ਵੱਡਾ ਤਰਸ ਹੈ, ਜੋ ਕਿ ਸਭ ਤੋਂ ਪਹਿਲੀ ਮੰਜੀ ਭਾਈ ਪਾਰੋ ਜੀ ਪਰਮਹੰਸ, ਜੋ ਕਿ ਖਡੂਰ ਸਾਹਿਬ ਤੋਂ ਵਰਸਾਏ ਸਨ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਗੋਦੀ 'ਚੋਂ, ਜਿਨ੍ਹਾਂ ਨੇ ਸੰਗਤ ਵਿੱਚ ਬਚਨ ਕੀਤਾ ਸੀ ਕਿ ਮਹਾਰਾਜ ਸੱਚੇ ਪਾਤਸ਼ਾਹ ਜੀ, ਮੇਰਾ ਨਾਂ ਪਾਰੋ ਹੈ ਔਰ ਮੈਂ ਪਾਰੋ ਆਇਆ ਹਾਂ, ਜੋ ਕਿ ਆਪਾਂ ਨੇ ਸਰਵਣ ਕੀਤਾ ਹੈ ਮਾਝਾ ਮਾਲਵਾ ਤੇ ਦੁਆਬਾ। ਆਪਾਂ ਇਸ ਵੇਲੇ ਦੁਆਬੇ ਦੇ ਵਿੱਚ ਹਾਂ ਔਰ ਬਿਆਸਾ ਦਰਿਆ ਲੰਘ ਕੇ ਮਾਝਾ ਸ਼ੁਰੂ ਹੋਣਾ ਹੈ। ਸੋ ਕਹਿਣ ਲੱਗੇ ਜੀ ਮੈਂ ਪਾਰੋ ਆਇਆ ਹਾਂ ਦੁਆਬੇ ਵਿੱਚੋਂ। ਤੇ ਮਹਾਰਾਜ ਕਹਿੰਦੇ ਕੀ ਨਾਂ ਹੈ ਤੁਹਾਡਾ? ਕਹਿੰਦੇ ਜੀ ਪਾਰੋ। ਮਹਾਰਾਜ ਬੜੇ ਖੁਸ਼ ਹੋਏ, ਕਹਿੰਦੇ ਪਾਰੋ ਆਏ ਹੋ ਤੇ ਨਾਮ ਹੀ ਪਾਰੋ ਹੈ, ਤੇ ਪੁੱਛੋ ਕੀ ਪੁੱਛਣਾ ਚਾਹੁੰਦੇ ਹੋ। ਤੇ ਸਿੱਖ ਸਾਦਾ ਜੀਵਨ ਸੀ, ਖੇਤੀ ਕਰਨ ਵਾਲੇ, ਪਸ਼ੂ ਚਾਰਨ ਵਾਲੇ, ਬਿਲਕੁਲ ਸਿੱਧੇ ਔਰ ਨਿਰਭੈ ਸੁਭਾਅ ਦੇ ਮਾਲਕ ਸਨ। ਤੇ ਉਹਨਾਂ ਨੇ ਆਖਿਆ, ਕਹਿਣ ਲੱਗੇ ਸਤਿਗੁਰੂ ਜੀ ਮੈਂ ਪੁੱਛਣਾ ਚਾਹੁੰਦਾ ਹੰਸ ਕੀ ਹੁੰਦਾ ਹੈ? ਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਹੰਸ ਉਹ ਹੈ ਜਿਹੜੇ ਸਾਗਰ ਦੇ ਵਿੱਚ ਤਾਰੀਆਂ ਲਾਉਂਦੇ, ਹੀਰੇ ਮੋਤੀ ਚੁਗਦੇ। ਤੇ ਮਹਾਰਾਜ ਪਰਮਹੰਸ ਕੀ ਹੁੰਦਾ ਹੈ? ਤਾਂ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਪੁੱਛਣਾ ਹੈ ਕਿ ਬਣਨਾ ਹੈ? ਆਖੋ ਸਤਨਾਮ ਸ੍ਰੀ ਵਾਹਿਗੁਰੂ। ਕਹਿਣ ਲੱਗੇ ਜੀ ਤੁਹਾਡੀ ਨਜ਼ਰੀ ਹੈ, ਬਣਾ ਦੋਗੇ ਤਾਂ? ਕਹਿੰਦੇ ਪਰਮਹੰਸ ਉਹ ਹੁੰਦਾ ਹੈ ਜਿਹੜਾ ਭਵ ਸਾਗਰ ਨੂੰ ਪਾਰ ਕਰ ਜਾਂਦਾ ਹੈ। ਸੋ ਉਸ ਵੇਲੇ ਬਚਨ ਹੋਏ ਮਹਾਰਾਜ ਕਿਤੇ ਸਾਡੇ ਤੇ ਵੀ ਕਿਰਪਾ ਕਰ ਦਿਓ। ਤੇ ਗੁਰੂ ਅੰਗਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ। ਕਹਿਣ ਲੱਗੇ ਭਾਈ ਤੁਹਾਡੇ ਲਾਗੇ ਜੋ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਟੱਪ ਲਾ ਕੇ ਬੌਲੀ ਸਾਹਿਬ ਵਸਾਇਆ ਹੈ ਗੋਇੰਦਵਾਲ ਸਾਹਿਬ, ਉੱਥੇ ਪਹੁੰਚੋ। ਉੱਥੇ ਬੈਠਾ ਹੈ ਦੀਨ ਦੁਨੀਆ ਦਾ ਮਾਲਕ ਔਰ ਸਾਡੀ ਜੋਤ ਉਹਨਾਂ ਦੇ ਵਿੱਚ ਵਾਸ ਕੀਤੀ ਹੈ। ਸੋ ਇਸ ਕਰਕੇ ਭਾਈ ਪਾਰੋ ਜੀ ਉੱਥੇ ਜੁੜੇ ਔਰ ਉਸ ਜਗ੍ਹਾ ਤੇ ਨਿਰੰਤਰ ਰੋਜ਼ ਜਾਂਦੇ ਰਹੇ ਦਰਿਆ ਪਾਰ ਕਰਕੇ। ਔਰ ਪਹਿਲੀ ਮੰਜੀ ਜੋ ਹੈ ਉਹਨਾਂ ਨੂੰ ਬਖਸ਼ਿਸ਼ ਹੋਈ। ਔਰ ਇਤਿਹਾਸ ਦੇ ਵਿੱਚ ਸਭ ਤੋਂ ਪਹਿਲੀ ਵਿਸਾਖੀ ਜਿਹੜੀ ਹੈ ਉਹ ਵੀ ਭਾਈ ਪਾਰੋ ਜੀ ਪਰਮਹੰਸ ਡੱਲੇ ਵਾਸੀ ਮਹਾਂਪੁਰਖ ਨੇ ਗੁਰੂ ਅਮਰਦਾਸ ਜੀ ਨੂੰ ਕਹਿ ਕੇ ਮਨਾਈ। ਕਿੱਦਾਂ ਦਾ ਕਿਰਦਾਰ ਹੋਵੇਗਾ ਉਹਨਾਂ ਸਿੱਖਾਂ ਦਾ? ਗੁਰੂ ਅਮਰਦਾਸ ਕਹਿਣ ਲੱਗੇ ਭਾਈ ਪਾਰੋ ਤੁਹਾਨੂੰ ਕੀ ਮਿਲੇਗਾ ਇਸ ਇਕੱਠ ਦੇ ਵਿੱਚ? ਤਾਂ ਭਾਈ ਪਾਰੋ ਜੀ ਕਹਿਣ ਲੱਗੇ ਗੁਰੂ ਅਮਰਦਾਸ ਪਾਤਸ਼ਾਹ ਜੀ ਸਾਨੂੰ ਤਾਂ ਰੰਗੇ ਹੋਏ ਸਿੱਖਾਂ ਦਾ ਦਰਸ਼ਨ ਨਸੀਬ ਹੋਊ। ਆਖੋ ਸਤਨਾਮ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ। ਇੱਥੇ ਕਿੰਨੀਆਂ ਰੂਹਾਂ ਰੰਗੀਆਂ ਹੋਣਗੀਆਂ, ਉਹਨਾਂ ਦੇ ਦਰਸ਼ਨ ਦੀਦਾਰ ਹੋਣਗੇ। ਇੱਥੋਂ ਪਤਾ ਲੱਗਦਾ ਹੈ ਕਿ ਅੱਜ ਦੇ ਸਿੱਖਾਂ ਦੇ ਵਿੱਚ ਤੇ ਪੁਰਾਤਨ ਸਿੱਖਾਂ ਦੇ ਵਿੱਚ ਕਿੰਨਾ ਫਰਕ ਸੀ, ਕਿ ਉਹ ਇੱਕ ਦੂਜੇ ਨੂੰ ਕਿੰਨਾ ਪਿਆਰ ਕਰਦੇ ਸਨ, ਕਿੰਨੀ ਮੁਹੱਬਤ ਕਰਦੇ ਸਨ। ਤੇ ਅੱਜ ਦੇ ਸਿੱਖ ਕਿੰਨੇ ਇੱਕ ਦੂਜੇ ਤੋਂ ਵੱਖਰੇ ਹੋ ਗਏ ਹਨ। ਸੋ ਇਹ ਵਿਸ਼ਾ ਹੋਰ ਹੈ, ਆਪਾਂ ਇਤਿਹਾਸ ਵੱਲ ਆਈਏ। ਉੱਥੋਂ ਫਿਰ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਜੀ ਇੰਨਾ ਪਿਆਰ ਸੰਗਤ ਦਾ ਪੈ ਗਿਆ। ਔਰ ਭਾਈ ਗੁਰਦਾਸ ਦੀ ਜੋ 15ਵੀਂ 16ਵੀਂ ਪੌੜੀ ਹੈ ਉਹਦੇ ਵਿੱਚ ਡੱਲੇ ਵਾਸੀ ਸੰਗਤ ਦਾ ਜ਼ਿਕਰ ਕੀਤਾ ਹੈ ਕਿ ਇਸ ਨਗਰ 'ਚ 72 ਬ੍ਰਹਮ ਗਿਆਨੀ ਹੋਏ। ਆਖੋ ਸਤਨਾਮ ਸ੍ਰੀ। ਬੜੀ ਵੱਡੀ ਦਾਤ ਹੈ ਸਾਧ ਸੰਗਤ ਜੀਓ, ਕਿਉਂਕਿ ਪੂਰੇ ਵਰਲਡ ਵਿੱਚ ਇੱਕ ਮਹਾਂਪੁਰਖ ਕਿਤੇ ਬੈਠਾ ਹੋਵੇ ਤੇ ਉਸ ਧਰਤੀ 'ਚੋਂ ਮਹਿਕ ਆਉਂਦੀ ਹੈ ਬਖਸ਼ਿਸ਼ ਦੀ। ਇੱਥੇ 72 ਬ੍ਰਹਮ ਗਿਆਨੀਆਂ ਨੇ ਚਰਨ ਪਾਏ ਔਰ ਨਿਰੰਤਰ ਸੇਵਾ ਕੀਤੀ। 4 ਮੰਜੀਆਂ ਇਸ ਨਗਰ ਨੂੰ ਪ੍ਰਾਪਤ ਹੋਈਆਂ ਔਰ 8 ਗੁਰੂ ਸਾਹਿਬ ਜੀ ਨੇ ਇੱਥੇ ਚਰਨ ਪਾਏ। ਉਹਦਾ ਕਾਰਨ ਇਹ ਕਿਉਂਕਿ ਇਸ ਨਗਰ ਵਿੱਚ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੀ ਬਰਾਤ ਪਹੁੰਚੀ
ਤੇ ਉਹਦੇ ਬਰਾਤ ਦੇ ਵਿੱਚ ਧੰਨ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ, ਬਾਬਾ ਬੁੱਢਾ ਜੀ ਬ੍ਰਹਮ ਗਿਆਨੀ, ਬਾਬਾ ਸ਼੍ਰੀ ਚੰਦ ਜੀ ਤੇ ਬਾਬਾ ਸਾਈਂ ਮੀਆਂ ਮੀਰ ਜੀ, ਬਾਬਾ ਵਿਧੀ ਚੰਦ, ਭਾਈ ਜੈਠਾ, ਭਾਈ ਪੈੜਾ, ਭਾਈ ਪੁਰਾਣਾ, ਭਾਈ ਵਿਧੀਆ, ਬਾਬਾ ਸੱਤਾ ਬਲਵੰਡਾ ਜੀ, ਬਾਬਾ ਮੋਹਨ ਜੀ, ਪਤਾ ਨਹੀਂ ਕਿਤਨੇ ਕੁ ਬੇਅੰਤ ਸਿੱਖ ਜਿਹੜੇ ਮੇਰੀ ਜ਼ੁਬਾਨ ਛੋਟੀ ਹੈ ਮੈਂ ਜ਼ਿਕਰ ਕਰ ਸਕਾਂ, ਜਿਨ੍ਹਾਂ ਨੇ ਇੱਥੇ ਚਰਨ ਪਾਏ ਬਰਾਤ ਦੇ ਵਿੱਚ। ਸੋ ਸੱਚੇ ਪਾਤਸ਼ਾਹ ਮਹਾਰਾਜ ਜੀ। ਔਰ ਸਭ ਤੋਂ ਵੱਡੀ ਵਿਲੱਖਣਤਾ ਵਾਲੀ ਇੱਕ ਗੱਲ ਹੋਰ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪਹਿਲਾ ਪ੍ਰਕਾਸ਼ 1604 ਨੂੰ ਹੁੰਦਾ ਹੈ। ਔਰ 1604 ਦੇ ਵਿੱਚ ਇਹ ਜਿਹੜਾ ਵਿਆਹ ਰਚਾਇਆ ਜਾਂਦਾ ਹੈ। ਔਰ ਸਭ ਤੋਂ ਪਹਿਲਾ ਆਨੰਦ ਕਾਰਜ ਜੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਲਾਵਾਂ ਦੀ ਆਰੰਭਤਾ ਹੋਈ, ਸਭ ਤੋਂ ਪਹਿਲੀਆਂ ਜਿਹੜੀਆਂ ਲਾਵਾਂ ਹਨ ਗੁਰੂ ਗ੍ਰੰਥ ਸਾਹਿਬ ਦੇ ਨਾਲ, ਉਹ ਇਸ ਨਗਰ ਵਿੱਚ ਹੋਈਆਂ। ਕਿਉਂਕਿ ਪਾਲਕੀ ਦੇ ਵਿੱਚ ਬਾਬਾ ਬੁੱਢਾ ਜੀ ਹੈੱਡ ਗ੍ਰੰਥੀ ਮਹਾਂਪੁਰਖਾਂ ਨੇ, ਭਾਈ ਗੁਰਦਾਸ ਜੀ ਹੋਣਾ ਨੇ ਗੁਰੂ ਗ੍ਰੰਥ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਲੈ ਕੇ ਆਂਦਾ ਸੀ ਇਸ ਨਗਰ ਵਿੱਚ। ਔਰ ਬਾਬਾ ਬੁੱਢਾ ਜੀ ਨੇ ਫਿਰ ਮਾਤਾ ਦਮੋਦਰੀ ਸਾਹਿਬ ਤੇ ਗੁਰੂ ਹਰਗੋਬਿੰਦ ਸਾਹਿਬ ਦੇ ਆਨੰਦ ਕਾਰਜ ਕਰਾਏ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਮਾਤਾ ਦਮੋਦਰੀ ਸਾਹਿਬ ਦੀ ਕੁੱਖ ਤੋਂ ਬਾਬਾ ਗੁਰਦਿੱਤਾ ਜੀ ਦਾ ਪ੍ਰਕਾਸ਼ ਹੋਇਆ। ਤੇ ਬਾਬਾ ਗੁਰਦਿੱਤਾ ਜੀ ਦੇ ਘਰ ਗੁਰੂ ਹਰ ਰਾਏ ਸਾਹਿਬ ਜੀ ਦਾ ਪ੍ਰਕਾਸ਼ ਹੁੰਦਾ ਹੈ। ਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਘਰ ਗੁਰੂ ਹਰਕ੍ਰਿਸ਼ਨ ਮਹਾਰਾਜ ਦਾ ਪ੍ਰਕਾਸ਼ ਹੁੰਦਾ ਹੈ। ਬੜਾ ਡੂੰਘਾ ਸਾਧ ਸੰਗਤ ਜੀ ਰਸ ਵਾਲਾ ਇਤਿਹਾਸ ਹੈ, ਜਿਹਦੇ ਲਈ ਸਮਾਂ ਬਹੁਤ ਚਾਹੀਦਾ। ਆਪਾਂ ਪੰਛੀ ਝਾਤ ਮਾਰ ਰਹੇ ਹਾਂ, ਕਿਉਂਕਿ ਉਸ ਵਕਤ ਜੇ ਵੇਖੀਏ ਗੱਦੀ ਪੋਤਰੇ ਤੋਂ ਪੜਪੋਤੇ ਤੋਂ, ਪੜਪੋਤੇ ਤੋਂ ਫਿਰ ਦਾਦੇ ਵੱਲ ਨੂੰ ਜਾਂਦੀ ਹੈ। ਇਹਦਾ ਕੋਈ ਵੱਡਾ ਕਾਰਨ ਸੀ, ਇਸ ਵਿੱਚ ਰਹੱਸ ਸੀ, ਕਿਉਂਕਿ ਕਮਾਈ ਦੇ ਮਾਲਕ ਧੰਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਇੱਥੇ ਵਿਆਹੁਣ ਆਏ ਸਨ ਮਾਤਾ ਦਮੋਦਰੀ ਸਾਹਿਬ। ਔਰ ਮਾਤਾ ਦਮੋਦਰੀ ਭਾਈ ਪਾਰੋ ਜੀ ਪਰਮਹੰਸ, ਜਿਨ੍ਹਾਂ ਦਾ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਉਹਨਾਂ ਦੀ ਕੁਲ ਵਿੱਚੋਂ ਬਾਬਾ ਨਰੈਣ ਦਾਸ ਜੀ ਔਰ ਮਾਤਾ ਭਾਗ ਭਰੀ ਜੀ, ਜਿਨ੍ਹਾਂ ਦੀ ਕੁੱਖ ਚੋਂ ਮਾਤਾ ਦਮੋਦਰੀ ਸਾਹਿਬ ਜੀ ਦਾ ਆਗਮਨ ਹੋਇਆ। ਔਰ ਇਸ ਪਾਵਨ ਪਵਿੱਤਰ ਸਥਾਨ ਤੇ ਫਿਰ ਸਾਰੇ ਮਹਾਂਪੁਰਖ ਸੰਤ ਸਾਧੂ ਇਕੱਤਰ ਹੋਏ। ਔਰ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਫਿਰ ਸੰਗਤਾਂ ਨੇ ਬੇਨਤੀ ਕੀਤੀ। ਇਸ ਵੇਲੇ ਮੌਜੂਦਾ 3 ਸਥਾਨ ਨੇ ਆਪਣੇ ਕੋਲ ਇੱਥੇ। ਪਹਿਲਾ ਪਾਵਨ ਪਵਿੱਤਰ ਸਥਾਨ ਹੈ ਧੰਨ ਮਾਤਾ ਦਮੋਦਰੀ ਸਾਹਿਬ ਜੀ, ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਜਿੱਥੇ ਆਨੰਦ ਕਾਰਜ ਹੋਏ ਸਨ। ਦੂਜਾ ਸਥਾਨ ਹੈ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ, ਜਿੱਥੇ ਆਪਾਂ ਇਸ ਵੇਲੇ ਦਰਸ਼ਨ ਕਰ ਰਹੇ ਹਾਂ। ਤੀਜਾ ਸਥਾਨ ਹੈ ਬੌਲੀ ਸਾਹਿਬ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਵਿਆਹ ਕਾਰਜ ਸੰਪੂਰਨ ਹੋਇਆ ਤੇ ਸਾਰੇ ਇਲਾਕੇ ਦੀ ਸੰਗਤ ਇਕੱਤਰ ਹੋਈ। ਉਹਨਾਂ ਨੇ ਬੇਨਤੀ ਕੀਤੀ, ਕਹਿਣ ਲੱਗੇ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਨੂੰ ਇੱਕ ਨਿਸ਼ਾਨੀ ਦੇ ਦਿਓ ਆਪਣੇ ਇਸ ਵਿਆਹ ਦੀ। ਤੋ ਮੇਰੇ ਸੱਚੇ ਪਾਤਸ਼ਾਹ ਦੀਨ ਦੁਨੀਆ ਦੇ ਮਾਲਕ ਨੇ ਕਿਰਪਾ ਕੀਤੀ, ਕਹਿੰਦੇ ਮੰਗੋ ਭਾਈ। ਸੋ ਸਾਰੀ ਸੰਗਤ ਨੇ ਇਕੱਤਰ ਹੋ ਕੇ ਆਖਿਆ ਮਹਾਰਾਜ ਸਾਨੂੰ ਇੱਕ ਇੱਦਾਂ ਦੀ ਨਿਸ਼ਾਨੀ ਭੇਟਾ ਕਰੋ ਜਿਸ ਨਿਸ਼ਾਨੀ ਨੂੰ ਪੂਰੀ ਕਾਇਨਾਤ ਵਰਤ ਸਕੇ। ਮਹਾਰਾਜ ਮੁਸਕਰਾਏ, ਕਹਿਣ ਲੱਗੇ ਸਿੱਖੋ ਐਸੀ ਕਿਹੜੀ ਨਿਸ਼ਾਨੀ ਹੈ ਜਿਹਨੂੰ ਪੂਰੀ ਕਾਇਨਾਤ ਵਰਤ ਸਕੇ। ਤੁਸੀਂ ਇੱਕ ਚੀਜ਼ ਮੰਗ ਲਓ, ਇੱਕ ਜਾਣੇ ਨੂੰ ਮਿਲੇਗੀ, ਦੋ ਨੂੰ ਮਿਲੇਗੀ, ਪਰ ਇੱਦਾਂ ਦੀ ਨਿਸ਼ਾਨੀ ਕਿਹੜੀ? ਕਹਿੰਦੇ ਮਹਾਰਾਜ ਤਰੁੱਠੇ ਹੋ, ਇੱਕ ਬੌਲੀ ਦਾ ਟੱਪ ਲਾ ਦਿਓ, ਆਖੋ ਸਤਨਾਮ ਸ੍ਰੀ। ਕਿਉਂਕਿ ਇੱਕ ਬੌਲੀ ਤੁਸੀਂ ਬਣਾਓ ਜਿੱਥੇ ਹਿੰਦੂ ਬ੍ਰਾਹਮਣ ਸੂਦ ਵੈਸ ਸਾਰੇ ਹੀ ਇਕੱਤਰ ਹੋ ਕੇ ਜਲ ਪੀਣ, ਜਲ ਛਕਣ, ਇਸ਼ਨਾਨ ਕਰਨ, ਕੋਈ ਵੀ ਕਿਸੇ ਨੂੰ ਰੋਕੇ ਨਾ। ਕਿਉਂਕਿ ਇੱਥੇ ਉੱਚੀ ਕੁਲ ਦੇ ਲੋਕ ਨੀਵੀਂ ਕੁਲ ਵਾਲਿਆਂ ਨੂੰ ਪਾਣੀ ਨਹੀਂ ਪੀਣ ਦਿੰਦੇ। ਤੇ ਮਹਾਰਾਜ ਦੇ ਤਾਂ ਬਚਨ ਹਨ, ਅਵਲ ਅੱਲ੍ਹ ਨੂਰ ਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਇਹ ਸਾਰੀ ਕਾਇਨਾਤ ਨੂੰ ਗੁਰੂ ਨਾਨਕ ਸਾਹਿਬ ਨੇ ਆਪਣੀ ਬੁੱਕਲ 'ਚ ਰੱਖਿਆ, ਕਿਸੇ ਨਾਲ ਫਰਕ ਨਹੀਂ ਪਾਇਆ। ਸੋ ਉਸ ਵੇਲੇ ਮਹਾਰਾਜ ਨੇ ਬੌਲੀ ਦਾ ਟੱਪ ਲਾਇਆ ਤੇ ਪਹਿਲਾ ਟੋਕਰਾ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ ਚੁੱਕਿਆ। ਆਖੋ ਸਤਨਾਮ। ਕਿੰਨਾ ਪਿਆਰੀ ਜਗ੍ਹਾ ਹੈ ਕਿ ਉੱਥੇ ਵੀ ਬੌਲੀ ਦਾ ਟੱਪ ਲੱਗਾ। ਗੋਇੰਦਵਾਲ ਸਾਹਿਬ ਵੀ, ਉੱਥੇ ਵੀ ਬਾਬਾ ਬੁੱਢਾ ਜੀ ਅੱਗੇ ਸਨ। ਇੰਨੀ ਨਿਮਰਤਾ। ਸੋ ਕਈ ਵਾਰੀ ਮਾਣ ਹੁੰਦਾ ਹੈ। ਇੱਥੋਂ ਦੇ ਹੱਡ ਗ੍ਰੰਥੀ ਸਾਹਿਬ ਭਾਈ ਸੁਖਵਿੰਦਰ ਸਿੰਘ ਜੀ ਸਾਡੇ ਨਾਲ ਜੁੜੇ ਨੇ। ਔਰ ਸਾਨੂੰ ਇਹ ਮਾਣ ਹੈ ਕਿ ਧੰਨ ਸ਼੍ਰੀ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਤੇਰੇ ਵਰਸਾਏ ਹੋਏ ਬ੍ਰਹਮ ਗਿਆਨੀਆਂ ਦੇ ਘਰ ਸਾਨੂੰ ਡਿਊਟੀ ਕਰਨ ਦਾ ਜਿਹੜਾ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ। ਹਮ ਕੂਕਰ ਤੇਰੇ ਦਰਬਾਰ ਭੌਂਕੇ ਆ ਗਿਆ ਬਦਨ ਪਸਾਰ। ਉਸ ਵੇਲੇ ਫਿਰ ਇਹ ਸੇਵਾ ਜਿਹੜੀ ਸੀ ਭਾਈ ਸ਼ਾਲੋ ਜੀ ਨੂੰ ਬਖਸ਼ੀ ਗਈ। ਭਾਈ ਸ਼ਾਲੋ ਜੀ ਨੂੰ ਹੁਕਮ ਹੋਇਆ, ਸਤਿਗੁਰੂ ਕਹਿਣ ਲੱਗੇ ਭਾਈ ਸ਼ਾਲੋ ਜਿੰਨਾ ਚਿਰ ਇਹ ਬੌਲੀ ਮੁਕੰਮਲ ਨਹੀਂ ਹੁੰਦੀ ਤੁਸੀਂ ਡੱਲੇ ਨਗਰ 'ਚ ਰਹਿਣਾ ਹੈ। ਔਰ ਸਾਧ ਸੰਗਤ ਜੀ ਇੱਥੇ ਫਿਰ ਸ਼ਹਿਬਰਾਂ ਲੱਗੀਆਂ ਨਾਮ ਦੀਆਂ, ਵੀ ਸਾਰਾ ਦਿਨ ਸੰਗਤਾਂ ਨੇ ਬੌਲੀ ਤਿਆਰ ਕਰਨੀ ਤੇ ਸ਼ਾਮਾਂ ਨੂੰ ਦੀਵਾਨ ਸਜਣੇ, ਕਥਾ ਕੀਰਤਨ ਕਵੀਸ਼ਰ ਆਦਿਕ ਜੋ ਵੀ ਪੁਰਾਣਾ ਸਮਾਂ ਬੜਾ ਸੁਨੱਖਾ ਸੀ, ਕਿਉਂਕਿ ਉਦੋਂ ਸੰਗਤਾਂ ਦਾ ਲਗਾਓ ਬਹੁਤ ਸੀ ਮਹਾਰਾਜ ਦੇ ਨਾਲ। ਔਰ ਸਾਰੇ ਇਲਾਕੇ ਨੇ ਰਾਤ ਨੂੰ ਇਕੱਤਰ ਹੋਣਾ, ਸਿਮਰਨ ਕਰਨਾ 2-2.5 ਘੰਟੇ। ਔਰ ਆਪ ਸਤਿਗੁਰੂ ਪਾਤਸ਼ਾਹ ਮਹਾਰਾਜ ਦੀ ਨਜ਼ਰੇ ਨਿਆਮਤ ਜਿਹੜੀ ਇਸ ਧਰਤੀ ਨੂੰ ਮਿਲੀ। ਫਿਰ ਜਿਹੜੀ ਬੌਲੀ ਤਿਆਰ ਹੋਈ
ਉਹ ਗੁਰਦੁਆਰਾ ਸਾਹਿਬ ਵੀ ਸੁਸ਼ੋਭਿਤ ਹੈ। ਔਰ ਸਭ ਤੋਂ ਵਡਭਾਗੀ ਜਿਹੜੀ ਵੱਡੇ ਭਾਗਾਂ ਦੀ ਗੱਲ ਕਰੀਏ ਆਪਾਂ ਕਿ ਇਸ ਧਰਤੀ ਦੇ ਕਿਤਨੇ ਵੱਡੇ ਭਾਗ ਨੇ। ਗੁਰਬਾਣੀ ਦੇ ਫਰਮਾਨ ਨੇ, ਸਾ ਧਰਤੀ ਪਈ ਹਰਿਆਵਲੀ, ਜਿੱਥੇ ਮੇਰਾ ਸਤਿਗੁਰ ਬੈਠਾ ਏ, ਸੇ ਜੰਤ ਪਏ ਹਰਿਆਵਲੇ, ਜਿਨੀ ਮੇਰਾ ਸਤਿਗੁਰ ਦੇਖਿਆ ਜਾਏ। ਔਰ ਇਹ ਸਾਰਾ ਇਲਾਕਾ, ਸਾਰਾ ਦੁਆਬਾ ਹੀ ਕਿੱਡਾ ਵਡਭਾਗਾ ਹੈ ਕਿ ਪੂਰੇ ਵਰਲਡ ਦੇ ਵਿੱਚ ਆਪਾਂ ਵੇਖੀਏ ਇਤਿਹਾਸ ਜਿਹੜੇ ਸਰੋਤੇ ਪਿਆਰ ਕਰਦੇ ਨੇ, ਕੋਈ ਐਸਾ ਨਗਰ ਮਿਲੇਗਾ ਜਿੱਥੇ 8 ਗੁਰੂ ਸਾਹਿਬਾਨ, 72 ਬ੍ਰਹਮ ਗਿਆਨੀ ਔਰ 4 ਮੰਜੀਦਾਰ ਹੋਏ ਨੇ। ਬ੍ਰਹਮ ਗਿਆਨੀ ਭਾਈ ਪਾਰੋ ਜੀ ਪਰਮਹੰਸ, ਬ੍ਰਹਮ ਗਿਆਨੀ ਭਾਈ ਲਾਲੋ ਜੀ ਵੈਦ, ਜਿੱਥੇ ਆਪਾਂ ਦਰਸ਼ਨ ਕਰ ਰਹੇ ਹਾਂ। ਸ਼ਾਹ ਅੱਲਾ ਜਾਰ ਜੀ ਜੋ ਮੁਸਲਮਾਨ ਸੀ, ਉਹਨਾਂ ਦਾ ਵੀ ਬੜਾ ਅਲੌਕਿਕ ਇਤਿਹਾਸ ਹੈ। ਉਹਨਾਂ ਦੀ ਪਿੰਡ ਦੇ ਬਾਹਰ ਬਣੀ ਹੋਈ ਹੈ ਕਬਰ। ਉਹਦਾ ਕਾਰਨ ਇਹ ਹੈ ਕਿ ਅਸੀਂ ਕੁਝ ਚੀਜ਼ਾਂ ਸਾਂਭ ਨਹੀਂ ਸਕੇ, ਸਾਡੀ ਕਿਤੇ ਨਾ ਕਿਤੇ ਕਤਾਈ ਵੀ ਹੋ ਗਈ, ਕਿਉਂਕਿ ਸਾਨੂੰ ਉਹ ਚੀਜ਼ਾਂ ਨੂੰ ਸਾਂਭਣਾ ਚਾਹੀਦਾ ਸੀ। ਕਿਉਂਕਿ ਉਹਨਾਂ ਨੇ ਤਾਂ ਆਪਣਾ ਧਰਮ ਛੱਡਤਾ, ਨਮਾਜ਼ਾਂ ਪੜ੍ਹਨੀਆਂ ਛੱਡਤੀਆਂ ਤੇ ਬਾਣੀ ਪੜ੍ਹਨ ਲੱਗ ਪਏ। ਕਿਉਂਕਿ ਗੁਰੂ ਸਾਹਿਬ ਇੰਨੇ ਖੁਸ਼ ਹੋਏ, ਕਹਿੰਦੇ ਸ਼ਾਹ ਅੱਲਾ ਤੁਸੀਂ ਤਾਂ ਕਰੋੜਾਂ ਦਾ ਵਪਾਰ ਕਰਦੇ ਹੋ, ਤੁਸੀਂ ਕੀ ਲੈਣਾ ਸਿੱਖੀ ਤੋਂ। ਤਾਂ ਕਹਿਣ ਲੱਗੇ ਗੁਰੂ ਅਮਰਦਾਸ, ਭਾਵੇਂ ਮੈਂ ਕਰੋੜਪਤੀ ਹਾਂ, ਪਰ ਭਾਈ ਪਾਰੋ ਦੇ ਦਰਸ਼ਨ ਕਰਕੇ ਜਿਹੜਾ ਆਨੰਦ ਮੈਨੂੰ ਮਹਿਸੂਸ ਹੋਇਆ ਨਾ, ਇੱਥੇ ਉਹ ਆਨੰਦ ਮੈਨੂੰ ਵੀ ਥੋੜ੍ਹਾ ਜਿਹਾ ਬਖਸ਼ਿਸ਼ ਕਰ ਦਿਓ। ਇੱਥੋਂ ਪਤਾ ਲੱਗਦਾ ਹੈ ਸਾਧ ਸੰਗਤ ਜੀ ਕਿ ਗੁਰੂ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਨੇ ਜਿਹੜਾ ਬਚਨ ਕੀਤਾ ਹੈ, ਜਿੱਥੇ ਨੀਚ ਸੰਭਾਲੀਏ ਨਾ ਤਿੱਥੇ ਨਦਰ ਤੇਰੀ ਬਖਸ਼ੀਸ। ਉਹ ਪਾਵਨ ਵਾਕ ਸੱਚ ਹੁੰਦੇ ਨੇ ਕਿ ਜਿੰਨਾ ਵੀ ਨੀਵੀਂ ਜਗ੍ਹਾ ਹੋਵੇ, ਜਦੋਂ ਮੀਂਹ ਪੈਂਦਾ ਹੈ ਤੇ ਸਾਰਾ ਪਾਣੀ ਉੱਥੇ ਇਕੱਠਾ ਹੁੰਦਾ ਹੈ। ਜਿਸ ਹਿਰਦੇ ਵਿੱਚ ਅੱਤ ਦੀ ਨਿਮਰਤਾ ਹੋਵੇ, ਉੱਥੇ ਹੀ ਗੁਰੂ ਸਾਹਿਬ ਆਪਣਾ ਵਾਸ ਕਰਦੇ ਨੇ। ਸੋ ਇਹ ਪਾਵਨ ਪਵਿੱਤਰ ਸਥਾਨਾਂ ਦਾ ਜੋ ਪਾਵਨ ਪਵਿੱਤਰ ਇਤਿਹਾਸ ਆਪ ਜੀ ਨਾਲ ਸਾਂਝਾ ਕੀਤਾ ਹੈ। ਹੁਣ ਆਪਾਂ ਗੱਲ ਕਰੀਏ ਇਸ ਸਥਾਨ ਦੀ, ਜਿੱਥੇ ਬ੍ਰਹਮ ਗਿਆਨੀ ਭਾਈ ਲਾਲੂ ਜੀ ਦਾ ਪ੍ਰਕਾਸ਼ ਸਥਾਨ ਹੈ। ਬਹੁਤ ਵੱਡੇ ਵੈਦ ਸਨ, ਪੂਰੀ ਦੁਨੀਆ ਦੇ ਵਿੱਚ ਦਵਾਈਆਂ ਵੇਚਿਆ ਕਰਦੇ ਸਨ। ਤੇ ਇੱਕ ਦਿਨ ਅੰਮ੍ਰਿਤ ਵੇਲੇ ਇਹਨਾਂ ਦੇ ਦੀਦਾਰ ਜਿਹੜੇ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਮਹਾਰਾਜ ਦੇ ਕੀਤੇ। ਪਹਿਲੀ ਵਾਰ ਭਾਈ ਸਾਹਿਬ ਨੇ ਬਚਨ ਵੀ ਲਿਖੇ, ਗਿਆਨੀ ਗਿਆਨ ਸਿੰਘ ਨੇ। ਉਹ ਕਹਿੰਦੇ, ਸਹਿਜ ਸੁਭਾਏ ਬਚਨ ਗੁਰ ਭਇਆ, ਲਾਲੂ ਰੰਗਣ ਰੰਗਿਆ ਗਿਆ। ਤੇ ਕਹਿਣ ਲੱਗੇ, ਅੰਮ੍ਰਿਤ ਵੇਲੇ ਗੁਰੂ ਅਮਰਦਾਸ ਮਹਾਰਾਜ ਨੇ ਪੁੱਛਿਆ, ਕਹਿਣ ਲੱਗੇ, ਭਾਈ ਸਿੱਖਾ ਕਿੱਥੋਂ ਆਇਆ ਏ, ਅੱਗੇ ਤਾਂ ਤੈਨੂੰ ਕਦੇ ਨਹੀਂ ਦੇਖਿਆ। ਪਹਿਲੇ ਮਿਲਾਪ ਦੀ ਗੱਲ ਉਹਨਾਂ ਨੇ ਕੀਤੀ ਹੈ। ਕਹਿੰਦੇ ਫਿਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਕਹਿੰਦੇ, ਜੀ ਮੇਰਾ ਨਾਮ ਲਾਲੂ ਹੈ ਔਰ ਮੈਂ ਦੁਆਬੇ ਦੀ ਧਰਤੀ 'ਤੇ ਰਹਿਣਾ, ਡੱਲੇ ਨਗਰ 'ਚ। ਮਹਾਰਾਜ ਹੱਸ ਕੇ ਕਹਿੰਦੇ, ਕੀ ਕਰਦੇ ਹੁੰਦੇ ਆ? ਕਹਿੰਦਾ, ਜੀ ਵੈਦ ਹਾਂ, ਦਵਾਈਆਂ ਵੇਚਦਾ ਹਾਂ। ਤਾਂ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ, ਕਦੇ ਦੁਆ ਵੀ ਕੀਤੀ ਹੈ? ਕਹਿੰਦੇ ਮਹਾਰਾਜ ਸਮਝੇ ਨਹੀਂ। ਪਾਤਸ਼ਾਹ ਕਹਿੰਦੇ, ਜਿੱਥੇ ਦਵਾਈਆਂ ਖਤਮ ਹੋ ਜਾਣ, ਦਵਾਈਆਂ ਅਸਰ ਨਹੀਂ ਕਰਦੀਆਂ, ਉੱਥੇ ਉਸ ਪ੍ਰਮਾਤਮਾ ਅੱਗੇ ਦੁਆ ਕੰਮ ਕਰਦੀ ਹੈ। ਜਬ ਬਾਤ ਦੁਆ ਸੇ ਨਾ ਬਣੇ तो दुआ से होती है, जब मुर्शद कामल मिलता है तो बात खुदा से होती है। मुर्शद मिल गया इन्हां नूं, कहंदे पातशाह अगे तां नहीं कीती। गुरु अमरदास कहंदे हुण दुआ भी करया करो ते दवाई भी दिया करो। जिहड़ा खुदा परमात्मा उस वाहिगुरू दी बंदगी करदा है, उहदे हत्थां 'च होर बख्शिश हुंदी है। ਅੱਗੇ ਤਾਂ ਤੁਹਾਡੀ ਦਵਾਈ ਨਾਲ ਕੋਈ ਰਾਜੀ ਨਾ ਹੋਵੇ ਜਾਂ ਹੋਵੇ, ਪਰ ਅੱਜ ਤੋਂ ਸਾਡਾ ਬਚਨ ਤੁਹਾਡੇ ਨਾਲ ਹੈ ਕਿ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਉਸ ਪ੍ਰਮਾਤਮਾ ਦੀ ਬਾਤ 2.5-3 ਘੰਟੇ ਕਰੋ। ਜਿੱਥੇ ਨਹੀਂ ਵੀ ਅਸਰ ਕਰੂਗੀ, ਉੱਥੇ ਵੀ ਤੁਹਾਡੀ ਦਵਾਈ ਅਸਰ ਕਰਿਆ ਕਰੇਗੀ। ਆਖੋ ਸਤਨਾਮ ਸ੍ਰੀ। ਸੋ ਇਹ ਪਦਵੀ ਬਖਸ਼ਿਸ਼ ਜਿਹੜੀ ਗੁਰੂ ਅਮਰਦਾਸ ਨੇ ਸਮਰੱਥ ਗੁਰੂ ਸਿਰ ਹੱਥ ਧਰਿਓ, ਉਹ ਬਚਨ ਨੇ, ਮੇਰੇ ਹੀਰੇ ਰਤਨ ਨਾਮ ਹਰ ਵਸਿਆ, ਗੁਰ ਹਾਥ ਧਰਿਓ ਮੇਰੇ ਮਾਥਾ। ਵੀ ਜਦੋਂ ਗੁਰੂ ਮੱਥੇ ਤੇ ਹੱਥ ਰੱਖਦੇ ਤੇ ਮੂਰਖ ਵੀ ਗੀਤਾ ਦੇ ਅਰਥ ਕਰ ਜਾਂਦਾ। ਆਖੋ ਸਤਨਾਮ। ਜੋ ਬਾਲਾ ਪ੍ਰੀਤਮ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਕਰਾਏ ਸਨ। ਸੋ ਕਹਿਣ ਦੇ ਭਾਵ ਸਾਧ ਸੰਗਤ ਜੀ, ਗੁਰੂ ਸਾਹਿਬ ਸਮਰੱਥ ਨੇ ਔਰ ਅਸੀਂ ਸਾਰੇ ਵੱਡੇ ਵਡਭਾਗੇ ਹਾਂ ਜਿਨ੍ਹਾਂ ਨੇ ਇਹਨਾਂ ਸਥਾਨਾਂ ਦਾ ਇਤਿਹਾਸ ਸੁਣਿਆ ਹੈ ਔਰ ਦਰਸ਼ਨ ਕੀਤੇ ਹੈ। ਔਰ ਇਸ ਚੈਨਲ ਵਾਲੇ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਜਿਨ੍ਹਾਂ ਨੇ ਇਹ ਰਤਨਾਂ ਦੀ ਖਾਨ ਡੱਲਾ ਪੂਰੀ ਸਿੱਖ ਜਗਤ ਸੰਗਤਾਂ ਨੂੰ ਜੋ ਦਰਸ਼ਨ ਦੀਦਾਰ ਕਰਾਉਣੇ ਨੇ। ਔਰ ਆਪ ਸੰਗਤਾਂ ਜ਼ਰੂਰ ਇਸ ਸਥਾਨਾਂ ਦੇ ਦਰਸ਼ਨ ਕਰਿਓ, ਕਿਉਂਕਿ ਬਹੁਤ ਬਹੁਤ ਵੱਡੀ ਨਿਆਮਤ ਔਰ ਨਦਰੇ ਰਹਿਮਤ ਗੁਰੂ ਨਾਨਕ ਦੇਵ ਮਹਾਰਾਜ ਤੋਂ ਆਰੰਭ ਹੋਈ। ਗੁਰੂ ਅੰਗਦ ਸਾਹਿਬ ਜੀ, ਗੁਰੂ ਅਮਰਦਾਸ ਜੀ, ਗੁਰੂ ਰਾਮਦਾਸ ਮਹਾਰਾਜ, ਗੁਰੂ ਅਰਜਨ ਸਾਹਿਬ ਜੀ, ਗੁਰੂ ਹਰਗੋਬਿੰਦ ਸਾਹਿਬ ਮਹਾਰਾਜ, ਗੁਰੂ ਹਰ ਰਾਏ ਸਾਹਿਬ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ, ਇਹ 8 ਗੁਰੂ ਸਾਹਿਬ ਇੱਥੇ ਚਰਨ ਪਾ ਕੇ ਗਏ। ਸਿਰਫ ਗੁਰੂ ਹਰਕ੍ਰਿਸ਼ਨ ਮਹਾਰਾਜ ਔਰ ਗੁਰੂ ਗੋਬਿੰਦ ਸਿੰਘ ਮਹਾਰਾਜ, ਇਹ 2 ਗੁਰੂ ਸਾਹਿਬ ਇੱਥੇ ਨਹੀਂ ਆ ਸਕੇ। ਸੋ ਮਹਾਰਾਜ ਸੱਚੇ ਪਾਤਸ਼ਾਹ ਕਿਰਪਾ ਕਰਨ, ਪੂਰਿਆਂ ਦਾ ਇਤਿਹਾਸ ਅਧੂਰੇ
ਨਹੀਂ ਸੁਣਾ ਸਕਦੇ। ਕਿਤੇ ਨਾ ਕਿਤੇ ਜ਼ੁਬਾਨ ਗਲਤੀ ਕਰ ਜਾਂਦੀ, ਕਿਉਂਕਿ ਆਪਾਂ ਅਧੂਰੇ ਹਾਂ ਤੇ ਕੱਚੇ ਹਾਂ। ਉਹ ਪੂਰੇ ਤੇ ਸੱਚੇ ਸੀ। ਫਿਰ ਵੀ ਗੁਰੂ ਕੀ ਸੰਗਤ ਬਖਸ਼ਣਯੋਗ ਹੈ। ਇਹ ਸੇਵਾ ਸਾਡੀ ਪ੍ਰਵਾਨ ਕਰਨੀ। ਪੂਰੀ ਮੈਨੇਜਮੈਂਟ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੇ ਮੈਨੇਜਰ ਸਾਹਿਬ, ਹੈੱਡ ਗ੍ਰੰਥੀ ਸਾਹਿਬ ਔਰ ਸਾਰੀਆਂ ਸੰਗਤਾਂ ਵੱਲੋਂ ਆਪ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।